My topic is myoglobin and hemoglobin function and cooperativity. मेन फंक्शन ਜਿਹੜਾ ਹੀਮੋਗਲੋबिन ਦਾ ਉਹ ਬਾइंड ਕਰਨਾ ਹੁੰਦਾ ਆਕਸੀਜਨ ਨੂੰ। ਹਾਈ ਪਾਰਸ਼ੀਅਲ ਪ੍ਰੈਸ਼ਰ ਤੇ ਜਦੋਂ ਲੰਗਸ ਦੇ ਵਿੱਚ ਹਾਈ ਪਾਰਸ਼ੀਅਲ ਪ੍ਰੈਸ਼ਰ ਹੁੰਦਾ ਆ ਤਾਂ ਜਿਹੜੀ ਹੀਮੋਗਲੋबिन ਆ ਬਾइंड ਕਰ ਲੈਂਦੀ ਆ ਆਕਸੀਜਨ ਦੇ ਨਾਲ, ਠੀਕ ਆ। ਤੇ ਉਹ ਬਿਨਾਂ ਲੋਸ ਦੇ ਜਿਹੜੀ ਆ ਉਹਦੇ ਨਾਲ ਬਾइंड ਕਰ ਲੈਂਦੀ ਆ ਤੇ ਉਦੋਂ ਮਾਇਓਗਲੋबिन ਜਿਹੜੀ ਆ ਆਕਸੀਜਨ ਪਿਕਅਪ ਕਰ ਲੈਂਦੀ ਆ ਹੀਮੋਗਲੋबिन ਤੋਂ। ਤੇ ਜਦੋਂ ਲੰਗਸ ਦੇ ਵਿੱਚ ਹਾਈ ਪਾਰਸ਼ੀਅਲ ਪ੍ਰੈਸ਼ਰ ਹੁੰਦਾ ਆ ਆਕਸੀਜਨ ਦਾ ਤਾਂ ਜਿਹੜੀ ਹੀਮ ਦੀ ਵਿੱਚ ਐਫਿਨਿਟੀ ਹੁੰਦੀ ਆ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਆਕਸੀਜਨ ਨੂੰ ਬਾइंड ਕਰ ਸਕਦੀ ਆ, ਤਾਂ ਉਹ ਉਨੀ ਮਤਲਬ ਜਿੰਨੀ ਉਹ ਕਰ ਸਕਦੀ ਆਕਸੀਜਨ ਨਾਲ ਬਾइंड, ਜਿੰਨੀ ਉਹ ਲੋਡ ਕਰ ਸਕਦੀ ਆ ਆਪਣੇ ਨਾਲ ਉਹ ਉਨੀ ਲੋਡ ਕਰ ਲੈਂਦੀ ਆ। ਅਤੇ ਹੀਮੋਗਲੋबिन ਜਦੋਂ ਰਿਐਕਟ ਕਰਦਾ ਆ ਮਤਲਬ ਰੀਚ ਕਰਦਾ ਆ ਸੈਲਸ ਤੱਕ ਤਾਂ ਉਹਦਾ ਪਾਰਸ਼ੀਅਲ ਪ੍ਰੈਸ਼ਰ ਜਿਹੜਾ ਆ ਉਹ ਕੀ ਹੋਣ ਲੱਗ ਪੈਂਦਾ, ਲੋ ਹੋਣ ਲੱਗ ਪੈਂਦਾ ਆ ਅਤੇ ਜਿਹੜਾ ਆਕਸੀਜਨ ਆ ਉਹਦੇ ਨਾਲ ਡਿਸੋਸੀਏਟ ਹੋਣਾ ਸ਼ੁਰੂ ਹੋ ਜਾਂਦਾ ਆ। ਅਤੇ ਇਨਫੋਰਮੇਸ਼ਨ ਜਦੋਂ ਇਹ ਵਾਲੀ ਹੀਮ ਗਰੁੱਪ ਤੱਕ ਜਾਂਦੀ ਆ, ਠੀਕ ਆ, ਅਤੇ ਉਹ ਅਨਲੋਡ ਕਰਨਾ ਉਹ ਵੀ ਸ਼ੁਰੂ ਕਰ ਦਿੰਦਾ ਆ ਅਤੇ ਮਾਇਓਗਲੋबिन ਪਿਕ ਕਰਨਾ ਸ਼ੁਰੂ ਕਰ ਦਿੰਦਾ ਆ ਆਕਸੀਜਨ ਨੂੰ, ਠੀਕ ਆ। ਅਤੇ ਮਾਇਓਗਲੋबिन ਜਿਹਦੇ ਵਿੱਚ ਸਿਰਫ ਇੱਕ ਹੀਮ ਗਰੁੱਪ ਹੁੰਦਾ ਹੈ, ਸੋ ਇਟ ਡਜ਼ ਨੋਟ ਹੈਵ ਐਨੀ ਕੋਆਪਰੇਟਿਵ ਬੌਂਡਿੰਗ, ਅਤੇ ਉਹਦੇ ਵਿੱਚ ਕੋਈ ਕੋਆਪਰੇਟਿਵ ਬੌਂਡਿੰਗ ਨਹੀਂ ਹੁੰਦੀ, ਤਾਂ ਉਹ ਕੋਈ ਲੋਸ ਨਹੀਂ ਕਰਦਾ ਹੈਗਾ ਅਤੇ ਉਹਦੇ ਵਿੱਚ ਲੋਸ ਕਰਨ ਦੀ ਐਬਿਲਿਟੀ ਐਫਿਨਿਟੀ ਵੀ ਨਹੀਂ ਹੁੰਦੀ ਆਕਸੀਜਨ ਨੂੰ, ਠੀਕ ਆ। ਅਤੇ ਇਟ ਸ਼ੋਜ਼ ਦੈਟ ਮਾਇਓਗਲੋबिन ਹੈਜ਼ ਅ ਹਾਇਰ ਐਫਿਨਿਟੀ ਆਫ, ਅਤੇ ਇਸ ਕਰਕੇ ਉਹਦੇ ਵਿੱਚ ਲੋ ਪਾਰਸ਼ੀਅਲ ਪ੍ਰੈਸ਼ਰ 'ਤੇ ਵੀ ਆਕਸੀਜਨ ਨੂੰ ਬਾइंड ਕਰਨ ਦੀ ਐਬਿਲਿਟੀ ਜ਼ਿਆਦਾ ਹੁੰਦੀ ਹੈ ਐਫਿਨਿਟੀ ਹੀਮੋਗਲੋबिन ਨਾਲੋਂ। ਅਤੇ ਪਾਰਸ਼ੀਅਲ ਪ੍ਰੈਸ਼ਰ ਅਤੇ ਮਾਇਓਗਲੋबिन ਜਿਹੜਾ ਆ ਉਹ ਕੀ ਕਰਦਾ ਆ ਮਸਲਸ ਤੱਕ ਜਿਹੜੀ ਆ ਆਕਸੀਜਨ ਲੈ ਕੇ ਜਾਂਦਾ ਆ, ਅਤੇ ਇਹਨੂੰ ਇਸ ਕਰਕੇ ਸਟੋਰੇਜ ਪ੍ਰੋਟੀਨ ਵੀ ਕਿਹਾ ਜਾਂਦਾ ਆ। ਮੇਜਰ ਫਿਜ਼ੀਓਲੋਜੀਕਲ ਜਿਹੜਾ ਰੋਲ ਆ ਉਹ ਕੀ ਇਹਦਾ ਟਰਾਂਸਪੋਰਟ ਕਰਨਾ ਹੈ ਆਕਸੀਜਨ ਨੂੰ ਮਸਲਸ ਤੱਕ। ਅਤੇ ਇੱਕ ਹੋਰ ਚੀਜ਼ ਕਿ ਇਹ ਇਨਕਰੀਜ਼ ਕਰਦਾ ਆ ਇਫੈਕਟਿਵ ਸੋਲਿਬਿਲਿਟੀ ਆਫ ਆਕਸੀਜਨ ਇਨ ਦਾ ਮਸਲਸ। ਮਾਇਓਗਲੋबिन ਦੇ ਵਿੱਚ ਜਿਹੜਾ ਸਿਰਫ ਇੱਕ ਹੀਮ ਗਰੁੱਪ ਹੁੰਦਾ ਆ ਪਰ ਮੋਲੀਕਿਊਲ ਬਾइंड ਕਰਨ ਦੇ ਲਈ ਆਇਰਨ ਅਤੇ ਆਕਸੀਜਨ ਮੋਲੀਕਿਊਲ ਦੇ ਨਾਲ, ਅਤੇ ਸਿਮਿਲਰਲੀ ਜਿੱਦਾਂ ਹੀਮੋਗਲੋबिन ਦੇ ਵਿੱਚ ਹੁੰਦਾ ਆ। ਅਤੇ ਇਕੁਇਲਿਬਰੀਅਮ ਜਿਹੜਾ ਆ ਉਹ ਵੀ ਸਿੰਪਲਰ ਹੁੰਦਾ ਆ ਕਿਉਂਕਿ ਉਹਦੇ ਵਿੱਚ ਇੱਕ ਮੋਲੀਕਿਊਲ ਜਿਹੜਾ ਆਕਸੀਜਨ ਦਾ ਉਹ ਬਾਉਂਡ ਹੁੰਦਾ ਆ। ਅਤੇ ਇੱਕ ਹੋਰ ਟੋਪਿਕ ਹੈ ਇਹਦੇ ਵਿੱਚ ਅਸੀਂ ਜਿਹੜਾ ਪੜ੍ਹਨਾ ਹੈ ਆਕਸੀਜਨੇਸ਼ਨ ਬਿਹੇਵੀਅਰ ਵਰਸਿਸ ਆਕਸੀਜਨ ਪ੍ਰੈਸ਼ਰ PO2 ਜਿਹੜਾ ਆ ਫਿਜ਼ੀਕਲ ਕੰਡੀਸ਼ਨਸ ਲਈ ਮਾਇਓਗਲੋबिन ਅਤੇ ਹੀਮੋਗਲੋबिन ਦੀਆਂ। ਜਦੋਂ ਬਾਈਂਡਿੰਗ ਹੁੰਦੀ ਆ ਆਕਸੀਜਨ ਅਤੇ ਹੀਮੋਗਲੋबिन ਦੀ, ਠੀਕ ਆ, ਉਹ ਰਿਪਰੈਜ਼ੈਂਟ ਕਰਦੀ ਆ ਕਿ ਇੱਦਾਂ ਇਕੁਇਲਿਬਰੀਅਮ ਜਿਹੜੀ ਰਿਐਕਸ਼ਨ ਹੁੰਦੀ ਆ ਲਾਈਕ ਦਿਸ। ਮਾਇਓਗਲੋबिन ਆਕਸੀਜਨ ਮੋਲੀਕਿਊਲ ਦੇ ਨਾਲ ਜਦੋਂ ਰਿਵਰਸੀਬਲ ਰਿਐਕਸ਼ਨ ਕਰਦਾ ਹੈ ਅਤੇ ਮਾਇਓਗਲੋबिन ਡਾਈਆਕਸਾਈਡ ਬਣਾਉਂਦਾ ਆ, ਠੀਕ ਆ। ਅਤੇ ਜਿਹੜਾ ਹੁਣ ਅਸੀਂ ਇਹਨੂੰ ਜਦੋਂ ਇੱਥੇ ਇਕੁਇਲਿਬਰੀਅਮ ਲੋਕ ਲਾਉਂਦੇ ਆ ਇਹਦੇ 'ਤੇ ਤਾਂ ਸਾਡੇ ਕੋਲ ਆਉਂਦਾ ਆ K ਦੀ ਵੈਲਿਊ ਆਉਂਦੀ ਆ ਮੋਲਰ ਕੰਸਨਟ੍ਰੇਸ਼ਨ ਆਫ ਮਾਇਓਗਲੋबिन ਡਾਈਆਕਸਾਈਡ ਬਾਈ ਕੰਸਨਟ੍ਰੇਸ਼ਨ ਆਫ ਮਾਇਓਗਲੋबिन ਅਤੇ ਕੰਸਨਟ੍ਰੇਸ਼ਨ ਆਫ ਆਕਸੀਜਨ, ਠੀਕ ਆ। ਅਤੇ ਹੁਣ ਆਕਸੀਜਨ ਨੂੰ ਅਸੀਂ ਇਹਦੇ ਵਿੱਚ P ਨਾਲ ਰਿਪਰੈਜ਼ੈਂਟ ਕਰਦੇ ਹਾਂ ਨੀਚੇ, ਕਿਉਂਕਿ ਉਹ ਕੀ ਆ P ਰਿਪਰੈਜ਼ੈਂਟ ਕਰਦੀ ਹੈ ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ। ਹੁਣ ਅਸੀਂ ਇੱਕ ਨਵੀਂ ਟਰਮ ਪੜ੍ਹਨੀ ਹੈ ਇਹਦੇ ਵਿੱਚ ਫ੍ਰੈਕਸ਼ਨਲ ਆਕਸੀਜਨ ਸੈਚੂਰੇਸ਼ਨ, ਜਿਹਨੂੰ ਅਸੀਂ ਥੀਟਾ ਦੇ ਨਾਲ ਡਿਨੋਟ ਕਰਦੇ ਹਾਂ। ਇਹ ਹੈ ਕਿ ਇਹ ਰਿਪਰੈਜ਼ੈਂਟ ਕਰਦਾ ਰੇਸ਼ੀਓ ਆਫ ਕੰਸਨਟ੍ਰੇਸ਼ਨ ਆਫ ਮਾਇਓਗਲੋबिन present as ਮਾਇਓਗਲੋबिन ਡਾਈਆਕਸਾਈਡ ਟੂ ਦਾ ਟੋਟਲ ਕੰਸਨਟ੍ਰੇਸ਼ਨ ਆਫ ਮਾਇਓਗਲੋबिन। ਹੁਣ ਥੀਟਾ ਇਹਦੇ ਵਿੱਚ ਅਸੀਂ ਰਿਪਰੈਜ਼ੈਂਟ ਕਰਨਾ ਆ ਕੰਸਨਟ੍ਰੇਸ਼ਨ ਆਫ ਮਾਇਓਗਲੋबिन ਡਾਈਆਕਸਾਈਡ ਬਾਈ ਦ ਮਾਇਓਗਲੋबिन ਪਲੱਸ ਮਾਇਓਗਲੋबिन ਡਾਈਆਕਸਾਈਡ। ਇਹਦੇ ਵਿੱਚ ਅਸੀਂ ਜਿਹੜੀ ਇਕੁਏਸ਼ਨ ਅਸੀਂ ਪਹਿਲਾਂ ਲਗਾਈ ਆ ਇਕੁਇਲਿਬਰੀਅਮ ਲਾਅ ਆਫ ਇਕੁਇਲਿਬਰੀਅਮ ਦੇ ਨਾਲ, ਅਤੇ ਜਿਹੜੀ ਅਸੀਂ ਥੀਟਾ ਦੀ ਵੈਲਿਊ ਦੋਵਾਂ ਨੂੰ ਅਸੀਂ ਕੰਬਾਈਨ ਕਰਕੇ ਸਾਡੇ ਕੋਲ ਇਹ ਆਉਂਦੀ ਆ ਥੀਟਾ ਦੀ K ਦੀ ਵੈਲਿਊ। ਹੁਣ ਇਹ ਜਿਹੜੀ ਸਾਡੇ ਕੋਲ ਵੈਲਿਊ ਆ ਜਾਂਦੀ ਆ ਥੀਟਾ ਦੀ, ਠੀਕ ਆ। ਇਕੁਏਸ਼ਨ ਕੀ ਸ਼ੋ ਕਰਦੀ ਆ ਕਿ ਹਾਈਪਰਬੋਲਿਕ ਕਰਵ ਜਿਹੜੀ ਆ ਮਾਇਓਗਲੋबिन ਦੀ ਜਿਹੜੀ ਹਾਈਪਰਬੋਲਿਕ ਕਰਵ ਇਹ ਸ਼ੋ ਕਰਦੀ ਆ। ਅਤੇ ਜਦੋਂ ਪਾਰਸ਼ੀਅਲ ਪ੍ਰੈਸ਼ਰ ਜਿਹੜਾ ਆ ਇਨਕਰੀਜ਼ ਹੁੰਦਾ ਆ ਤਾਂ ਮਾਇਓਗਲੋबिन ਦੀ ਜਿਹੜੀ ਬਾइंड ਕਰਨ ਦੀ ਐਫਿਨਿਟੀ ਆ ਆਕਸੀਜਨ ਦੇ ਨਾਲ ਉਹ ਵੀ ਇਨਕਰੀਜ਼ ਹੋਊਗੀ। ਐਟ ਵੈਰੀ ਹਾਈ ਪਾਰਸ਼ੀਅਲ ਪ੍ਰੈਸ਼ਰ ਜਦੋਂ ਆਕਸੀਜਨ ਜਿਹੜੀ ਆ ਆਲਮੋਸਟ ਸਾਰੀ ਸਾਈਡਸ 'ਤੇ ਬਾਉਂਡ ਹੋ ਜਾਂਦੀ ਆ ਮਾਇਓਗਲੋबिन ਦੇ, ਤਾਂ ਉਹਨੂੰ ਅਸੀਂ ਸੈਚੂਰੇਸ਼ਨ ਪੁਆਇੰਟ ਆਉਂਦਾ ਆ। ਅਤੇ ਜਦੋਂ ਪਾਰਸ਼ੀਅਲ ਪ੍ਰੈਸ਼ਰ ਜਿਹੜਾ ਆ 2.8 ਹੁੰਦਾ ਹੈ ਤਾਂ ਉਹ ਮਾਇਓਗਲੋबिन ਦਾ ਹਾਫ ਸੈਚੂਰੇਸ਼ਨ ਹੁੰਦੀ ਆ ਆਕਸੀਜਨ ਦੇ ਨਾਲ ਉਦੋਂ, ਅਤੇ ਉਹ ਹਾਫ ਸੈਚੂਰੇਸ਼ਨ ਟਾਈਮ 'ਤੇ ਜਿਹੜਾ ਥੀਟਾ ਆ ਉਹ 0.5 ਹੁੰਦਾ ਆ। ਅਤੇ ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ ਨੂੰ ਅਸੀਂ ਇਵੇਂ ਰਿਪਰੈਜ਼ੈਂਟ ਕਰਾਂਗੇ, ਇਹਦੇ ਵਿੱਚ ਅਸੀਂ P ਜਿਹੜੀ ਆ ਉਹ ਹਾਫ ਲੈ ਲਾਂਗੇ। ਅਤੇ ਇਹਦੇ ਤੋਂ ਬਾਅਦ ਅਸੀਂ ਥੀਟਾ ਦੀ ਵੈਲਿਊਜ਼ ਪੁੱਟ ਕਰ ਦੇਣੀਆਂ ਆ, ਦੈਨ ਸਾਡੇ ਕੋਲ ਜਿਹੜਾ ਆ ਇਹ ਵਾਲੀ ਵੈਲਿਊ ਆ ਜਾਣੀ ਆ, ਠੀਕ ਆ। ਅਤੇ ਜਦੋਂ ਅਸੀਂ ਇਹਨੂੰ ਫਿਰ P ਹਾਫ ਦੀ ਵੈਲਿਊ ਜਿਹੜੀ ਆਕਸੀਜਨ ਦੇ ਲਈ ਆ ਉਹ ਫਿਰ ਸਾਡੇ ਕੋਲ ਇੰਨੀ ਆ ਜਾਣੀ ਆ, ਦੈਟ ਇਜ਼ ਇਨਵਰਸ ਆਫ K 1/K, ਠੀਕ ਆ।
ਤੇ ਜਦੋਂ 0.5 ਤੇ ਹਾਫ ਸੈਚੂਰੇਸ਼ਨ ਹੁੰਦੀ ਆ ਤੇ ਕੇ ਨੂੰ ਅਸੀਂ ਡਿਫਾਈਨ ਕਰ ਸਕਦੇ ਹਾਂ ਇਨਵਰਸ ਆਫ ਪਾਰਸ਼ੀਅਲ ਪ੍ਰੈਸ਼ਰ ਆਫ ਆਕਸੀਜਨ ਐਟ 50% ਸੈਚੂਰੇਸ਼ਨ ਦੈਟ ਇਜ਼ ਥੀਟਾ ਇਜ਼ ਇਕੁਅਲਸ ਟੂ 0.5। ਤੇ ਹੀਮੋਗਲੋਬਿਨ ਲਈ ਜਿਹੜੇ 4 ਸਬ ਯੂਨਿਟਸ ਹੁੰਦੀਆਂ ਆ ਉਹ ਬਿਹੇਵੀਅਰ ਉਹਨਾਂ ਦੇ ਲਈ ਜਿਹੜਾ ਆਕਸੀਜਨ ਦਾ ਆ ਉਹ ਅਸੀਂ ਇਵੇਂ ਰਿਪਰੈਜ਼ੈਂਟ ਕਰਾਂਗੇ ਇਸ ਐਕਸਪ੍ਰੈਸ਼ਨ ਦੇ ਨਾਲ। ਤੇ ਜਦੋਂ ਉਹਦੀ ਐਨ ਦੀ ਵੈਲਿਊ ਜਿਹੜੀ ਆ ਉਹ ਐਨ ਦੀ ਵੈਲਿਊ ਫਿਰ ਕੀ ਹੋਊਗੀ 2.8 ਹੋਊਗੀ ਅਪਰੋਕਸੀਮੇਟਲੀ। ਤੇ ਐਗਜ਼ੈਕਟ ਵੈਲਿਊ ਜਿਹੜੀ ਐਨ ਦੀ ਆ ਉਹ ਡਿਪੈਂਡ ਕਰਦੀ ਆ ਪੀਐਚ 'ਤੇ। ਅਤੇ ਜਿਹੜੀ ਸ਼ੇਪ ਹੁੰਦੀ ਆ ਅਤੇ ਐਨ ਜਿਹੜਾ ਉਹ ਡਿਪੈਂਡ ਕਰਦਾ ਪੀਐਚ 'ਤੇ। ਅਤੇ ਸ਼ੇਪ ਜਿਹੜੀ ਹੁੰਦੀ ਆ ਹੀਮੋਗਲੋਬਿਨ ਬਾਈਂਡਿੰਗ ਕਰਵ ਦੀ ਉਹ ਪੈਰਾਬੋਲਿਕ ਕਰਵ ਨਹੀਂ ਹੁੰਦੀ ਮਾਇਓਗਲੋਬਿਨ ਦੇ ਲਈ। ਜਿਹੜੀ ਹੀਮੋਗਲੋਬਿਨ ਦੇ ਲਈ ਜਿਹੜੀ ਬਾਈਂਡਿੰਗ ਕਰਵ ਆ ਉਹ ਸਿਗਮੋਇਡ ਸ਼ੇਪ ਹੁੰਦੀ ਆ।